ਸਰਬ ਸ਼ਕਤੀਮਾਨ ਗੁਰਗੱਦੀ ਤੇ ਬਿਰਾਜਮਾਨ ਤਖਤ ਚਬਰ ਛਤਰ ਦੇ ਮਾਲਕ ਧੰਨ ਧੰਨ ਆਸ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੇ ਗੁਰੂ ਖਾਲਸਾ ਸਤਿ ਸੰਗ ਜੀਓ। ਆਓ ਜੋ ਆਪਾਂ ਚਿਰਾਂ ਤੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਪਾਵਨ ਜੀਵਨ ਦੀਆਂ ਕਥਾ ਕਹਾਣੀਆਂ ਵਿਚਾਰਾਂ ਕਰਦੇ ਸੁਣਦੇ ਆ ਰਹੇ ਹਾਂ। ਅੱਜ ਵੀ ਉਸੇ ਲੜੀ ਦਾ ਇੱਕ ਹਿੱਸਾ ਬਣ ਕੇ ਆਪਾਂ ਸਤਿਗੁਰਾਂ ਦੇ ਪਾਵਨ ਜੀਵਨ ਵਿੱਚੋਂ ਕੁਝ ਕੁ ਰੱਬੀ ਗੁਣਾਂ ਨੂੰ ਗ੍ਰਹਿਣ ਕਰਨ ਦਾ ਯਤਨ ਕਰੀਏ ਤਾਂ ਕਿ ਆਪਣਾ ਆਇਆ ਸੰਸਾਰ 'ਤੇ ਸਫਲ ਹੋ ਜਾਵੇ। ਜਿਸ ਕਾਰਜ ਵਾਸਤੇ ਆਪਾਂ ਸੰਸਾਰ 'ਤੇ ਸਾਨੂੰ ਉਸ ਅਕਾਲ ਪੁਰਖ ਨੇ ਮਨੁੱਖਾਂ ਦੀ ਬਖਸ਼ ਕੀਤੀ ਹੈ, ਉਹ ਕਾਰਜ ਰਾਸ ਹੋ ਜਾਵੇ। ਅਸੀਂ ਇੱਕ ਸਵਾਲ ਕਰਾਂਗੇ ਕਿ ਉਹ ਕਿਹੜਾ ਕਾਰਜ ਹੈ ਜਿਸ ਕਾਰਨ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਨੇ ਇਹ ਮਨੁੱਖਾ ਜਨਮ ਦੀ ਦਾਤ ਸਾਡੀ ਝੋਲੀ ਵਿੱਚ ਪਾਈ। ਕਿਹੜਾ ਉਹ ਕੰਮ ਸੀ? ਜਦੋਂ ਸਤਿਗੁਰਾਂ ਨੂੰ ਅਸੀਂ ਪੁੱਛਾਂਗੇ ਇਸ ਬਾਰੇ ਤਾਂ ਸਾਡੇ 'ਤੇ ਕਿਰਪਾ ਕਰਦੇ ਹੋ, ਸਾਡੇ 'ਤੇ ਬਖਸ਼ ਕਰ ਦੇਣਗੇ। ਭਾਈ ਪ੍ਰਾਪਤ ਮਾਨੁਖ ਦੇਹ ਹੁਰੀਆ, ਉਹ ਕਹਿਣਗੇ ਇਹ ਗੁਰਮੁਖਾ ਤੈਨੂੰ ਇਹ ਪਤਾ ਵੀ ਇਹ ਦੇਹ ਤੈਨੂੰ ਕਿਉਂ ਮਿਲੀ? ਫਿਰ ਆਪ ਹੀ ਕਿਰਪਾ ਕਰ ਦਿੰਦੇ ਨੇ, ਕਹਿੰਦੇ ਗੋਬਿੰਦ ਮਿਲਣ ਕੀ ਇਹ ਤੇਰੀ ਬਾਰੀ ਆ, ਇਹ ਤੈਨੂੰ ਇੱਕ ਵਾਰੀ ਉਸ ਅਕਾਲ ਪੁਰਖ ਦੇ ਮਿਲਾਪ ਵਾਸਤੇ ਦਿੱਤੀ, ਇੱਕ ਚਾਂਸ ਦਿੱਤਾ, ਇੱਕ ਮੌਕਾ ਦਿੱਤਾ ਹੈ ਤੈਨੂੰ ਵੀ ਤੂੰ ਇਸ ਮਨੁੱਖਾ ਜੀਵਨ ਰਾਹੀਂ ਉਸ ਅਕਾਲ ਪੁਰਖ ਨੂੰ ਪ੍ਰਾਪਤ ਕਰ ਸਕ ਜਿਹਨੂੰ ਤੂੰ ਭੁੱਲ ਚੁੱਕਾ ਹੈ। ਭਾਵੇਂ ਅਸੀਂ ਸਾਰੇ ਰਲ ਮਿਲ ਕੇ ਵਿਛੋੜੇ ਦੀ ਗੱਲ ਕਰਦੇ ਵੀ ਜਿਹਦੇ ਨੂੰ ਅਸੀਂ ਵਿਛੜੇ ਹਾਂ, ਅਤੇ ਜੇ ਕਿਸੇ ਤਹਿ ਤੱਕ ਅਸੀਂ ਪਹੁੰਚਾਂਗੇ, ਵਿਚਾਰ ਕਰਾਂਗੇ, ਅਸੀਂ ਵਿਛੜੇ ਨਹੀਂ, ਅਸੀਂ ਉਹਦੇ ਨਾਲ 24 ਘੰਟੇ, ਉਹ ਸਾਡੇ ਨਾਲ 24 ਘੰਟੇ ਇਕੱਠੇ ਰਹਿ ਰਹੇ ਸੰਸਾਰ ਵਿੱਚ। ਜਿੱਥੇ ਉਹ ਵਸ ਰਿਹਾ ਹੈ ਉੱਥੇ ਅਸੀਂ ਵਸ ਰਹੇ, ਜਿੱਥੇ ਅਸੀਂ ਵਸ ਰਹੇ ਉੱਥੇ ਉਹ ਵਸ ਰਿਹਾ। ਹੁਣ ਆਪਾਂ ਕਈ ਵਾਰ ਵਿਚਾਰਦੇ ਹਾਂ, ਹੁਣ ਵੀ ਆਪਾਂ ਕਿਹਾ ਵੀ ਦੁੱਖਾਂ ਕਲੇਸ਼ਾਂ ਤੋਂ ਬਚ ਜਾਈਏ, ਕਾੜਿਆਂ ਸਾੜਿਆਂ ਤੋਂ ਬਚ ਜਾਈਏ, ਰੋਗਾਂ ਸੋਗਾਂ ਤੋਂ ਬਚ ਜਾਈਏ। ਹੁਣ ਹੀ ਆਪਾਂ ਇੱਕ ਗੱਲ ਕਰਕੇ ਹਟੇ ਹਾਂ ਕਿ ਉਹ ਸਾਡੇ ਤੋਂ ਵਿਛੜਿਆ ਨਹੀਂ, ਨਾ ਅਸੀਂ ਉਹ ਤੋਂ ਵਿਛੜੇ ਹਾਂ, ਉਹ ਸਾਡੇ ਕੋਲ ਹੈ, ਅੰਗ ਸੰਗ ਹੈ ਸਾਡੇ, ਹਰ ਟਾਈਮ ਸਾਡੇ ਕੋਲ ਹੈ, ਹਰ ਵਕਤ ਕੋਲ ਹੈ। ਜਿੱਥੇ ਪਿਆਰੋ ਰੱਬ ਆ ਜਾਵੇ, ਬੜੀ ਸਮਝਣ ਵਾਲੀ ਵਿਚਾਰ ਵਾਲੀ ਗੱਲ ਆ ਵੀ ਜਿੱਥੇ ਰੱਬ ਹੋਵੇ, ਅੱਲਾ ਵਾਹਿਗੁਰੂ ਖੁਦਾ ਹੋਵੇ, ਉੱਥੇ ਤਾਂ ਸੱਚਖੰਡ ਹੁੰਦਾ ਹੈ, ਉੱਥੇ ਤਾਂ ਸੱਚਖੰਡ ਹੈ। ਅਤੇ ਸੱਚਖੰਡ ਵਿੱਚ ਵਾਲੇ ਜਿਹੜੇ ਉਹ ਸਦਾ ਸੁਖੀ ਆਨੰਦ ਵਿੱਚ, ਇਹ ਵੀ ਅਸੀਂ ਪੜ੍ਹਦੇ ਹਾਂ, ਸੁਣਦੇ ਹਾਂ ਮਹਾਂਪੁਰਸ਼ਾਂ ਤੋਂ ਵੀ ਸੱਚਖੰਡ ਵਿੱਚ ਕੋਈ ਰੋਗ ਨਹੀਂ, ਕੋਈ ਸੋਗ ਨਹੀਂ, ਕੋਈ ਦੁੱਖ ਨਹੀਂ, ਕੋਈ ਭੁੱਖ ਨਹੀਂ। ਜਿੱਥੇ ਰੱਬ ਵਸਦਾ ਹੈ ਉੱਥੇ ਚੀਜ਼ਾਂ ਹੈ ਨਹੀਂ, ਅਤੇ ਜੇ ਉੱਥੇ ਦੁੱਖ ਹੋਵੇ, ਉੱਥੇ ਕਾੜਾ ਸਾੜਾ ਹੋਵੇ,
ਉੱਥੇ ਨੰਗ ਭੁੱਖ ਹੋਵੇ ਸਾਨੂੰ ਕਹਿਣਾ, ਫਿਰ ਸਾਨੂੰ ਇਹ ਗੱਲ ਕਹਿਣੀ ਪਊਗੀ, ਉਹ ਵੀ ਤਾਂ ਨਰਕ ਦੇ ਬਰਾਬਰ ਹੀ ਹੈ ਨਾ। ਜੇ ਰੱਬ ਦੇ ਕੋਲ, ਜਿੱਥੇ ਰੱਬ ਵਸ ਰਿਹਾ ਹੈ, ਜੋ ਉੱਥੇ ਸੁੱਖ ਨਹੀਂ ਤੇ ਸੁੱਖ ਕਿੱਥੇ ਫਿਰ? ਉੱਥੇ ਤੇ ਖੁਸ਼ੀ ਖੁਸ਼ੀ, ਆਨੰਦ ਹੀ ਆਨੰਦ ਹੈ, ਮਸਤੀ ਹੈ। ਅਸੀਂ ਸਾਰਾ ਸੰਸਾਰ ਦੁੱਖ ਭੋਗ ਰਹੇ ਹਾਂ। ਦਰਅਸਲ ਹੈ ਤਾਂ ਬਿਲਕੁਲ ਸੱਚਖੰਡ ਹੈ ਜਿੱਥੇ ਅਸੀਂ ਵਸ ਰਹੇ ਹਾਂ। ਰੱਬ ਦੇ ਕੋਲ ਵਸ ਰਹੇ ਨਾ, ਰੱਬ ਸਾਡੇ ਕੋਲ ਵਸ ਰਿਹਾ ਹੈ ਅਤੇ ਸੱਚਖੰਡ ਵਿੱਚ ਹੈ। ਹੁਣ ਇੱਕ ਸਵਾਲ ਪੈਦਾ ਹੋ ਗਿਆ, ਜੇ ਅਸੀਂ ਸੱਚਖੰਡ ਵਿੱਚ ਹੈ, ਰੱਬ ਰਾਮ ਅੱਲਾ ਖੁਦਾ ਦੇ ਕੋਲ ਹੈ, ਅਸੀਂ ਤਾਂ ਇੱਥੇ ਬਹੁਤ ਮਹਾ ਆਨੰਦ ਹੋਣਾ ਚਾਹੀਦਾ ਸੀ, ਪਰ ਅਸੀਂ ਦੁਖੀ ਕਿਉਂ? ਅਸੀਂ ਦੁਖੀ ਕਿਉਂ? ਹੈ ਤਾਂ ਸਾਡੇ ਕੋਲ, ਸਾਡੇ ਕੋਲ ਕੀ ਸਾਡੇ ਅੰਦਰ ਵੀ ਵਸਿਆ ਹੋਇਆ ਹੈ, ਫਿਰ ਦੁਖੀ ਕਿਉਂ? ਇੱਕੋ ਹੀ ਕਾਰਨ, ਪੈਰੋਂ ਭੁੱਲ ਚੁੱਕੇ ਉਸ ਨੂੰ। ਭੁੱਲਣਾ, ਭੁੱਲੇ ਕਿਉਂ? ਜਦ ਕੋਲ, ਸਾਡੇ ਕੋਲ ਆ, ਸਾਡੇ ਅੰਦਰ ਆ, ਫਿਰ ਭੁੱਲੇ ਕਿਸ ਤਰ੍ਹਾਂ ਇਹਨੂੰ? ਭੁੱਲੇ ਪਿਆਰਿਓ, ਅਸੀਂ ਜਨਮਾਂ ਜਨਮਾਂਤਰਾਂ ਦੀ ਜਿਹੜੀ ਸਾਡੀ ਲੱਗੀ ਹੋਈ ਮੈਲ ਹੈ ਨਾ, ਸਾਡੇ ਕੀਤੇ ਪਾਪ ਕਰਮਾਂ ਦੀ ਮਨ ਨੂੰ ਲੱਗੀ ਹੋਈ ਮੈਲ, ਉਹ ਭੁਲਾਉਂਦੀ, ਉਹ ਯਾਦ ਨਹੀਂ ਆਉਣ ਦਿੰਦੀ। ਸ਼ੀਸ਼ਾ ਮੈਲਾ ਹੈ, ਸ਼ੀਸ਼ਾ ਮੈਲਾ ਹੈ, ਨਾ ਉਹ ਬਾਹਰ ਦਿਸਦਾ ਸਾਨੂੰ, ਨਾ ਸਾਨੂੰ ਅੰਦਰ ਦਿਸਦਾ ਹੈ। ਦਿਸੇ ਤਾਂ ਜੇ ਸਾਨੂੰ ਯਾਦ ਹੋਵੇ ਤਾਂ, ਦਿਸੇ ਤੇ ਸਾਨੂੰ ਤਾਂ ਉਹ ਜੇ ਯਾਦ ਹੋਵੇ ਤਾਂ, ਜਦੋਂ ਸਾਨੂੰ ਯਾਦ ਹੀ ਨਹੀਂ, ਭੁੱਲਿਆ ਹੋਇਆ, ਦਿਸੂਗਾ ਕੀ ਸਾਨੂੰ? ਭਾਵੇਂ ਸਾਡੇ ਕੋਲ ਹੀ ਬੈਠਾ ਨਾ, ਜਿਹਨੂੰ ਅਸੀਂ ਜਾਣਦੇ ਸੀ ਕਿਸੇ ਟਾਈਮ, ਉਹ ਕੁਝ ਸਾਲਾਂ ਬਾਅਦ ਉਹਨੂੰ ਮਿਲ ਗਏ, ਉਹਦਾ ਅਸੀਂ ਉਹਨੂੰ ਪਛਾਣ ਨਹੀਂ ਸਕੇ, ਤੇ ਕੋਲ ਸਾਡੇ ਬੈਠਾ ਹੈ। ਗੱਲਾਂ ਦੀਆਂ ਕਰ ਲੈਂਦੇ ਅਸੀਂ, ਕੋਈ ਪੁਰਾਣੀਆਂ ਯਾਦਦਾਸ਼ਤਾਂ ਉਹਦੀ ਆ ਜਾਂਦੀ, ਗੱਲਾਂ ਕਰ ਦਿੰਦੇ ਉਹ, ਪਰ ਅਸੀਂ ਪਛਾਣਦੇ ਨਹੀਂ ਕੋਲ ਬੈਠਾ ਹੈ। ਇਸ ਪੈਰੋਂ ਰਾਮ ਅੱਲਾ ਖੁਦਾ ਦੀਆਂ ਅਸੀਂ ਗੱਲਾਂ ਤਾਂ ਕਰ ਲੈਂਦੇ ਹਾਂ, ਪਰ ਸਾਡੇ ਕੋਲ ਬੈਠਾ ਹੈ, ਸਾਨੂੰ ਉਹਦੇ ਨਾਲ ਜਾਣ ਪਛਾਣ ਨਹੀਂ। ਇਸ ਕਰਕੇ ਬੰਦਾ ਦੁਖੀ, ਹਰ ਬੰਦਾ ਦੁਖੀ ਹੈ। ਧੰਨ ਗੁਰੂ ਨਾਨਕ ਸਾਹਿਬ ਨੇ ਤਾਂ ਸਾਰੇ ਸੰਸਾਰ ਦੀ ਗੱਲ ਕਰ ਦਿੱਤੀ। ਵੈਸੇ ਗੱਲ ਤਾਂ ਮਨੁੱਖਤਾ ਦੀ ਕਰਦੇ ਨੇ, ਪਰ ਕਰੀ ਜਾਂਦੇ ਨੇ, ਕਹੀ ਜਾਂਦੇ ਸਾਰੇ ਸੰਸਾਰ ਦੁਖੀ। ਚਲੋ ਪਸ਼ੂਆਂ ਪਰਿੰਦਿਆਂ ਨੇ ਦੁਖੀ ਹੋਣਾ ਸੀ। 84 ਲੱਖ ਜੂਨ ਦਾ ਸਰਦਾਰ ਜਿਹੜਾ ਆਪਣੇ ਆਪ ਨੂੰ ਕਹਿਣ ਵਾਲਾ ਵੀ ਮੈਂ 84 ਲੱਖ ਜੂਨ ਦਾ ਸਰਦਾਰ ਹਾਂ, ਤੇ ਸਰਦਾਰ ਤੇ ਦੁਖੀ ਨਹੀਂ ਸੀ ਹੋਣਾ ਚਾਹੀਦਾ। ਸਰਦਾਰ ਦੇ ਕੋਲ ਤੇ ਸਾਰੇ ਸੁੱਖ ਸਾਧਨ ਨੇ, ਸੰਸਾਰ ਸਰਦਾਰ ਵਾਸਤੇ ਤਾਂ ਬਿਲਕੁਲ ਸਵਰਗ ਹੈ ਇਹ ਸੰਸਾਰ। ਪਰ ਜੇ ਉਹ ਆਪਣੇ ਸਰਦਾਰੀ ਨੂੰ ਭੁੱਲ ਜਾਵੇ, ਜੇ ਆਪਣੀ ਸਰਦਾਰੀ ਨੂੰ ਭੁੱਲ ਜਾਵੇ, ਹੋ ਸਕਦਾ ਮੰਗਤਿਆਂ ਦੀ
ਜਗ੍ਹਾ ਤੋਂ ਵੀ ਥੱਲੇ ਗਿਰ ਜਾਵੇ। ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ। ਪਾਤਸ਼ਾਹ ਸਾਨੂੰ ਗੁਰਬਾਣੀ 'ਚ ਕਹਿੰਦੇ ਕਿ 84 ਲੱਖ ਜੂਨ ਦਾ ਸਰਦਾਰ ਹੈ ਇਹ ਇਨਸਾਨ, ਪਰ ਗਿਰ ਇੰਨਾ ਕੁ ਚੁੱਕਾ ਹੈ। ਗਿਰਾ ਕਿਉਂ? ਸਿਰਫ ਭੁੱਲਣ ਕਰਕੇ ਕਿ ਮੈਂ 84 ਲੱਖ ਜੂਨ ਦਾ ਸਰਦਾਰ ਹਾਂ, ਇਹ ਗੱਲ ਭੁੱਲਣ ਕਰਕੇ। ਇਸੇ ਕਰਕੇ ਬੇਈਮਾਨੀ, ਹੀਰਾ ਫੇਰੀ, ਠੱਗੀ ਠੋਰੀ, ਬਗਾਨਾ ਹੱਕ ਕਾਣਾ, ਨਿੰਦਿਆ ਚੁਗਲੀ, ਇਹਨਾਂ ਸਾਰੇ ਵਿਸ਼ੇ ਵਿਕਾਰਾਂ ਦੇ ਨਾਲ ਜੁੜ ਗਿਆ ਵੀ ਉਹ ਕਿਹੜਾ ਮੈਨੂੰ ਦੇਖ ਰਿਹਾ ਹੈ। ਉਹ ਤਾਂ ਦੇਖ ਰਿਹਾ ਹੈ, ਸਾਡੇ ਕੋਲ ਖੜਾ ਹੈ ਉਹ, ਅਸੀਂ ਨਹੀਂ ਉਹਨੂੰ ਦੇਖ ਰਹੇ। ਨਹੀਂ ਦੇਖ ਕਰਕੇ ਅਸੀਂ ਦੇਖਦੇ ਕਰਕੇ ਉਹਨੂੰ ਅਸੀਂ ਵਿਸ਼ੇ ਵਿਕਾਰਾਂ ਵਿੱਚ ਗਲਤਾਨ ਹੋ ਗਏ, ਤੁਸੀਂ ਦੁਖੀ ਹੋ ਗਏ। ਹੁਣ ਇੱਕ ਛੋਟੀ ਜਿਹੀ ਆਪਾਂ ਉਦਾਹਰਨ ਲਈਏ। ਗੁਰਬਾਣੀ ਜਦੋਂ ਅਸੀਂ ਪੜ੍ਹਦੇ ਹਾਂ, ਜਿੰਨੇ ਵੀ ਭਗਤ ਜਨ ਨੇ, ਜਿੰਨੇ ਵੀ ਗੁਰੂ ਸਾਹਿਬਾਨ ਨੇ, ਸਾਰੇ ਇੱਕ ਗੱਲ ਕਹਿੰਦੇ ਨੇ ਕਿ ਹਰ ਜੀਵ ਦੇ ਅੰਦਰ ਵਸਦਾ, ਜਰੇ ਜਰੇ ਦੇ ਵਿੱਚ ਵਸਦਾ ਹੈ। ਭਾਵੇਂ ਉਹ ਚੇਤਨ ਹੈ ਤੇ ਭਾਵੇਂ ਉਹ ਜੜ ਹੈ। ਜੜ ਵਿੱਚ ਵੀ ਵਸਦਾ ਤੇ ਚੇਤਨ ਵਿੱਚ ਵੀ ਵਸਦਾ ਉਹ। ਕੋਈ ਇਹੋ ਜਿਹੀ ਜਗ੍ਹਾ ਨਹੀਂ ਜਿਹੜੀ ਉਸ ਤੋਂ ਬਗੈਰ ਹੋਵੇ। ਜਿੱਥੇ ਉਹ ਹੈ ਨਹੀਂ ਉੱਥੇ ਹੈ ਹੀ ਕੁਝ ਨਹੀਂ। ਜਿੱਥੇ ਉਹ ਆਪ ਨਹੀਂ ਨਾ ਉੱਥੇ ਹੈ ਵੀ ਕੁਝ ਨਹੀਂ। ਜਿੱਥੇ ਉਹ ਆਪ ਹੈ ਉੱਥੇ ਸਭ ਕੁਝ ਹੀ। ਉਹ ਹੈ ਤਾਂ ਆਪਣਾ ਜੀਵਨ ਹੈ ਪਿਆਰਿਓ। ਜੋ ਨਾ ਹੋਵੇ ਤੇ ਆਪਣਾ ਜੀਵਨ ਨਹੀਂ ਹੋਣਾ, ਆਪਾਂ ਵੀ ਨਹੀਂ ਹੋਣਾ। ਹੁਣ ਰਾਜ ਦੇ ਕੋਲ ਵੀ ਉਹ, ਤੇ ਭਿਖਾਰੀ ਦੇ ਕੋਲ ਵੀ ਉਹ ਆ, ਸਾਧੂ ਦੇ ਕੋਲ ਵੀ ਆ ਤੇ ਚੋਰ ਦੇ ਕੋਲ ਵੀ ਆ। ਫਿਰ ਰਾਜਾ ਸੁੱਖ ਮਾਣ ਰਿਹਾ ਹੈ, ਚੋਰ ਦੁੱਖ ਮਾਣ ਰਿਹਾ ਹੈ। ਸਾਧੂ ਆਨੰਦ ਵਿੱਚ ਹੈ, ਚੋਰ ਠੱਗ ਜਿਹੜਾ ਹੈ ਉਹ ਦੁਖੀ ਹੈ। ਰਾਜਾ ਸੁਖੀ ਹੈ, ਭਿਖਾਰੀ ਦੁਖੀ ਹੈ, ਸਾਧੂ ਆਨੰਦ ਵਿੱਚ ਹੈ, ਚੋਰ ਦੁੱਖ ਵਿੱਚ ਹੈ। ਕਾਰਨ? ਆਓ ਕਾਰਨ ਆਪਾਂ ਪੁੱਛੀਏ। ਆਪਾਂ ਤਾਂ ਜਾਣਦੇ ਨਹੀਂ ਕਾਰਨ ਕੀ ਕਾਰਨ ਹੋਊਗਾ। ਆਪਣੀ ਨਹੀਂ ਸੋਚ ਕਿੱਥੇ, ਆਪਣੀ ਨਹੀਂ ਵਿਚਾਰ ਕਿੱਥੇ ਆ। ਜਦੋਂ ਅਸੀਂ ਆਪਣੇ ਮੂਲ ਨੂੰ ਹੀ ਭੁੱਲ ਗਏ, ਇਹ ਵਿਚਾਰ ਸਾਨੂੰ ਕਿੱਥੋਂ ਆਉਗੇ? ਸਾਡੇ ਅੰਦਰ ਵਿਚਾਰ ਇਹ ਪੈਦਾ ਕਿਵੇਂ ਹੋਊਗੇ? ਆਪ ਭਗਤ ਰਵਿਦਾਸ ਸਾਹਿਬ ਜੀ ਬੈਠੇ ਨੇ ਗੁਰੂ ਨਾਨਕ ਸਾਹਿਬ ਦੇ ਨਾਲ। ਇਹ ਕਹਿੰਦੇ ਆਓ ਮੈਂ ਦੱਸਾਂ ਤੁਹਾਨੂੰ, ਜੇ ਤੁਹਾਨੂੰ ਨਹੀਂ ਨਾ ਪਤਾ ਆਓ ਮੈਂ ਦੱਸਾਂ ਤੁਹਾਨੂੰ। ਰੱਬੀ ਬੋਲਾਂ ਵਿੱਚ ਭਗਤ ਰਵਿਦਾਸ ਜੀ ਨੇ ਸਾਡੇ 'ਤੇ ਕਿਰਪਾ ਕੀਤੀ। ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਿਆ ਭਿਖਾਰੀ। ਦੁਖੀ ਕਿਉਂ? ਰਾਜਾ ਦੁਖੀ ਕਿਉਂ? ਨਰਪਤ ਏਕ ਸਿੰਘਾਸਨ, ਨਰਪਤ ਪਾਉਂਦਾ ਨਰਾਂ ਦਾ ਪਤੀ, ਸਿੰਘਾਸਨ ਸੋਇਆ, ਆਪਣੇ ਸਿੰਘਾਸਨ 'ਤੇ ਆਪਣੇ ਬੈੱਡ 'ਤੇ ਸੁੱਤਾ ਹੋਇਆ ਹੈ ਤੇ ਸੁਪਨਾ ਆ ਗਿਆ।
ਕਿਉਂਕਿ ਸੁੱਤੇ ਨੂੰ ਹਮੇਸ਼ਾ ਸੁਪਨਾ ਸੁੱਤੇ ਨੂੰ ਆਉਂਦਾ। ਵੈਸੇ ਸੁਪਨਾ ਜਿਹੜਾ ਨਾ ਪਿਆਰਿਓ, ਇਹਦੀਆਂ ਦੋ ਅਵਸਥਾ ਨੇ ਸੁਪਨੇ ਦੀਆਂ। ਇੱਕ ਸੁਪਨਾ ਤਾਂ ਜਦੋਂ ਅਸੀਂ ਰਾਤ ਨੂੰ ਆਪਣਾ ਕੰਮ ਕਾਰ ਕਰਕੇ ਵਿਸ਼ਰਾਮ ਕਰਦੇ ਹਾਂ ਜਾਂ ਥੱਕ ਜਾਂਦੇ ਹਾਂ, ਜਿਹਨੂੰ ਅਸੀਂ ਸੌਣਾ ਕਹਿੰਦੇ, ਅਤੇ ਸੌਂਦਾ ਤਾਂ ਬੰਦਾ ਆਪਣੇ ਮੰਜੇ ਪਲੰਘ 'ਤੇ ਹੀ ਆ ਨਾ। ਜਿਹੋ ਜਿਹੀ ਦੀ ਅਵਸਥਾ ਹੈ, ਰਾਜਾ ਮਹਾਰਾਜ ਦੇ ਵਿੱਚ ਬੜੇ ਬੜੇ ਸਿੰਘਾਸਨ, ਸੋਹਣੇ ਸਿੰਘਾਸਨ ਹੁੰਦੇ ਗੱਦਿਆਂ ਵਾਲੇ, ਅਤੇ ਗੱਲ ਤਾਂ ਆਰਾਮ ਦੇ ਨਾਲ ਹੀ ਹੈ ਨਾ। 4 ਘੰਟੇ ਨੀਂਦ ਹੀ ਲੈਣੀ ਹੈ ਨਾ। ਹੋ ਸਕਦਾ ਰਾਜੇ ਨਾਲੋਂ ਇੱਕ ਗਰੀਬ ਨੂੰ, ਮਿਹਨਤ ਕਸ਼ ਨੂੰ ਜਿਹੜੀ ਨੀਂਦ ਹੈ ਉਹ ਚੰਗੀ ਆਵੇ, ਚਲੋ ਉਹ ਗੱਲ ਵੱਖਰੀ ਹੈ। ਸਿੰਘਾਸਨ 'ਤੇ ਰਾਜਾ ਸੌਂ ਗਿਆ, ਅੱਖਾਂ ਬੰਦ ਹੋ ਗਈਆਂ। ਸੁੱਤੇ ਦੀ ਹਮੇਸ਼ਾ ਅੱਖਾਂ ਬੰਦ ਹੀ ਹੁੰਦੀਆਂ ਨਾ। ਇਹ ਗੱਲ ਵੱਖਰੀ ਹੈ ਕਿ ਆਪੋ ਆਪਣਾ ਸੌਣਾ ਹੈ, ਕਈਆਂ ਦੀਆਂ ਖੁੱਲ੍ਹੀਆਂ ਵੀ ਹੁੰਦੀਆਂ, ਇਹ ਗੱਲ ਨਹੀਂ ਹੁੰਦੀਆਂ। ਖੁੱਲ੍ਹੀਆਂ ਉਹ ਇੰਨੀਆਂ ਕੁ ਹੁੰਦੀਆਂ ਕਿ ਜਿਹੜੀ ਅੱਖ ਦੇਖਣ ਵਾਲੀ ਹੈ ਪੁਤਲੀ, ਉਹਨਾਂ ਦੀ ਉੱਪਰ ਨੂੰ ਚੜ੍ਹੀ ਹੁੰਦੀ, ਅੱਖਾਂ ਖੁੱਲ੍ਹੀਆਂ ਹੁੰਦੀਆਂ। ਪਰ ਜਿਹੜਾ ਅੰਦਰਲਾ ਡੇਲਾ ਹੈ ਉਹ ਜਾਂ ਥੱਲੇ ਹੋਊਗਾ ਜਾਂ ਉੱਪਰ ਹੋਊਗਾ। ਕਿਉਂ ਕਿ ਜਿਸ ਲੈਂਸ ਦੇ ਨਾਲ ਅਸੀਂ ਦੇਖਣਾ ਹੈ ਨਾ, ਜਿਹੜਾ ਸਾਡੇ ਅੱਖਾਂ ਵਿੱਚ ਸ਼ੀਸ਼ਾ ਫਿੱਟ ਕੀਤਾ, ਉਸ ਅਕਾਲ ਪੁਰਖ ਵਾਹਿਗੁਰੂ ਨੂੰ, ਉਹਨੂੰ ਕੋਈ ਨੁਕਸਾਨ ਨਾ ਪਹੁੰਚੇ। ਖੈਰ, ਅੱਖ ਬੰਦ ਹੁੰਦੀ, ਸੌਣ ਵਾਲੇ ਦੀ ਅੱਖ ਬੰਦ ਹੁੰਦੀ। ਜਿਉਂ ਹੀ ਅੱਖ ਬੰਦ ਹੁੰਦੀ ਹੈ, ਨੀਂਦ ਆਉਂਦੀ ਹੈ, ਅਤੇ ਸੁਪਨਾ ਚੱਲ ਪੈਂਦਾ ਹੈ। ਸੁਪਨਾ ਚੱਲ ਪੈਂਦਾ ਹੈ। ਇਹ ਗੱਲ ਵੱਖਰੀ ਹੈ ਕਿ ਪਤਾ ਨਹੀਂ ਕਿਹੜੇ ਜਨਮਾਂ 'ਚ ਉਹ ਸੁਪਨਾ ਚਲੇ ਜਾਵੇ, ਇਹ ਗੱਲ ਵੱਖਰੀ ਹੈ। ਚਾਹੇ ਉਹ ਸੁਪਨਾ ਵਰਤਮਾਨ 'ਚ ਹੋ ਸਕਦਾ ਹੈ, ਉਹ ਸੁਪਨਾ ਭੂਤਕਾਲ ਵਿੱਚ ਹੋ ਸਕਦਾ ਹੈ, ਉਹ ਸੁਪਨਾ ਭਵਿਸ਼ਕਾਲ ਵਿੱਚ ਹੋ ਸਕਦਾ ਹੈ। ਪਰ ਸੁਪਨਾ ਹੈ ਨਾ, ਅੱਖ ਬੰਦ ਕੀਤੀ ਤਾਂ ਸੁਪਨਾ ਸ਼ੁਰੂ ਹੋਇਆ। ਉਹਦੀ ਉਮਰ ਕਿੰਨੀ ਕੁ ਵੱਡੀ ਹੈ ਸੁਪਨੇ ਦੀ? ਜੇ 4 ਘੰਟੇ ਸੁੱਤਾ ਤਾਂ 4 ਘੰਟੇ ਸੁਪਨਾ ਉਮਰ ਹੈ ਉਹਦੀ। ਆਪਾਂ ਵੀ ਸੰਸਾਰ ਵਿੱਚ ਵਸਦੇ ਹਾਂ ਨਾ। ਕਿਸੇ ਦੀ 10 ਸਾਲ ਦੀ ਹੁੰਦੀ ਹੈ, ਕਿਸੇ ਦੀ 20 ਸਾਲ ਦੀ ਹੁੰਦੀ ਉਮਰ, ਕਿਸੇ ਦੀ 50 ਸਾਲ ਦੀ ਹੁੰਦੀ ਹੈ, ਕਿਸੇ ਦੀ 100 ਸਾਲ ਉੱਤੇ ਵੀ ਹੁੰਦੀ ਹੈ। ਇੱਕੋ ਜਿਹੀ ਉਮਰ ਦੀ ਨਾ ਕਿਸੇ ਦੀ ਵੀ। ਹੁਣ ਨੀਂਦ ਦੀ ਵੀ, ਸੁਪਨੇ ਦੀ ਵੀ ਉਮਰ ਇੱਕੋ ਜਿਹੀ ਨਹੀਂ। ਅਸੀਂ ਜੇ 10 ਘੰਟੇ ਸੁੱਤੇ ਹਾਂ ਅਤੇ 10 ਘੰਟੇ ਦੀ ਉਹਦੀ ਉਮਰ ਹੈ। 8 ਘੰਟੇ ਸੁੱਤੇ ਤੇ 8 ਘੰਟੇ ਉਮਰ ਉਹਦੀ। ਔਰ ਉਸ ਟਾਈਮ ਸੁਪਨੇ ਵਿੱਚ ਜੋ ਅਸੀਂ ਦੇਖਦੇ ਹੁੰਦੇ ਹਾਂ, ਅਸੀਂ ਉਹਨੂੰ ਸਭ ਸੱਚ ਮੰਨਦੇ ਹਾਂ। ਮੈਂ ਕੀ, ਤੁਸੀਂ ਕੀ। ਜਦੋਂ ਰਾਤ ਨੂੰ ਸੁਪਨਾ ਆਉਂਦਾ ਹੈ, ਤੁਸੀਂ ਆਪਾਂ ਸਾਰਿਆਂ ਨੇ ਤਜਰਬਾ ਕੀਤਾ ਹੋਊ, ਜੇ ਨਾ ਕੀਤਾ ਉਹ ਤਾਂ ਕਰ ਲੈਣਾ। ਸੁਪਨੇ ਵਿੱਚ ਅਸੀਂ ਕੁਝ ਨਾ ਕੁਝ ਕਰਦੇ ਹਾਂ, ਪਏ ਆਪਣੇ ਸਿੰਘਾਸਨ 'ਤੇ ਹੁੰਦੇ ਹਾਂ, ਆਸਣ 'ਤੇ ਪਏ ਹੁੰਦੇ ਆਪਣੇ 'ਤੇ, ਪਰ ਮਨ ਪਤਾ ਨਹੀਂ ਕਿੱਥੇ ਹੁੰਦਾ ਹੈ। ਮਨ ਪਤਾ ਨਹੀਂ ਕਿੱਥੇ ਹੁੰਦਾ ਹੈ। ਚਾਰਪਾਈ 'ਤੇ ਪਏ ਹਾਂ, ਆਪਣੇ ਆਸਣ 'ਤੇ ਪਏ ਹਾਂ, ਰਾਤ ਨੂੰ ਸੁਪਨੇ ਵਿੱਚ ਪਤਾ ਨਹੀਂ ਸੀ ਅੰਮ੍ਰਿਤਸਰ, ਜਲੰਧਰ, ਲੁਧਿਆਣੇ ਫਿਰਦੇ ਹੋਈਏ, ਸੱਜਣਾ ਮਿੱਤਰਾਂ ਨੂੰ ਮਿਲਦੇ ਫਿਰਦੇ ਹੋਈਏ, ਨਵੇਂ ਤੋਂ ਨਵਿਆਂ ਨਾਲ ਜਾਣ ਪਛਾਣ ਹੁੰਦੀ ਹੋਵੇ,
ਪੁਰਾਣਿਆਂ ਤੋਂ ਪੁਰਾਣਿਆਂ ਮਰਿਆ ਨਾ ਜਾਣ ਪਛਾਣ ਹੁੰਦੀ ਹੋਵੇ, ਉਸ ਟਾਈਮ ਸਾਨੂੰ ਮਹਿਸੂਸ ਹੁੰਦਾ ਵੀ ਇਹ ਸਭ ਕੁਝ ਸੱਚ ਹੈ। ਉਸ ਟਾਈਮ ਸਾਨੂੰ ਇਹ ਗੱਲ ਪਤਾ ਹੁੰਦਾ ਵੀ ਸਭ ਕੁਝ ਜੋ ਮੈਂ ਦੇਖ ਰਿਹਾ ਉਹ ਸੱਚ ਹੈ। ਕਿਉਂਕਿ ਦੇਖ ਕੇ ਕਹਿੰਦੇ ਨੇ ਸੱਚ ਮੰਨਣਾ ਤਾਂ ਦੇਖ ਕੇ ਸੱਚ ਮੰਨੋ। ਵੀ ਮੈਂ ਅੱਖੀਂ ਡਿੱਠਾ ਹਾਲ ਦੇਖ ਰਿਹਾ ਇਹ ਸੱਚ ਹੈ ਬਿਲਕੁਲ। ਜਦੋਂ ਦੋ ਮੁਲਜ਼ਮ ਜੱਜ ਦੇ ਪੇਸ਼ ਹੁੰਦੇ ਆ ਤੇ ਗਵਾਹ ਕਹਿੰਦਾ ਨਹੀਂ ਵੀ ਜੀ ਮੈਂ ਅੱਖੀਂ ਦੇਖਿਆ, ਆਹ ਕੰਮ ਹੁੰਦਾ ਮੈਂ ਅੱਖੀਂ ਦੇਖਿਆ ਏ, ਬਿਲਕੁਲ ਸੱਚ ਹੈ। ਇਸੇ ਤਰ੍ਹਾਂ ਹੀ ਉਸ ਬੰਦ ਅੱਖ ਦੇ ਨਾਲ ਜੋ ਦੇਖਿਆ ਉਹਨੂੰ ਸੱਚ ਮੰਨਿਆ। ਨਾ ਤਾਂ ਅੰਮ੍ਰਿਤਸਰ ਗਿਆ ਸੀ, ਨਾ ਜਲੰਧਰ ਗਿਆ ਸੀ, ਨਾ ਲੁਧਿਆਣੇ ਗਿਆ ਸੀ, ਪਿਆ ਆਪਣੇ ਮੰਜੇ ਦੇ ਉੱਤੇ ਸੀ, ਆਪਣੇ ਆਸਣ 'ਤੇ ਸੀ ਪਿਆ ਹੋਇਆ। ਲੇਕਿਨ ਜਿਹੜਾ ਮਨ ਹੈ ਸਾਡੇ ਅੰਦਰ, ਉਹ ਜਿੱਥੇ ਗਿਆ ਉੱਥੋਂ ਦਾ ਜੋ ਨਕਸ਼ਾ ਦੇਖਿਆ ਨੇ ਉਹਦੇ ਅੱਖਾਂ ਦੇ ਸਾਹਮਣੇ ਆ। ਜੋ ਜੋ ਦੇਖਿਆ ਉਹਨੇ ਸੱਚ ਮੰਨਿਆ ਵੀ ਠੀਕ ਹੈ, ਮੈਂ ਆਪਣੀਆਂ ਅੱਖਾਂ ਨਾਲ ਦੇਖ ਰਿਹਾ ਹਾਂ, ਇਹਦੇ ਵਿੱਚ ਕੋਈ ਝੂਠ ਨਹੀਂ। ਅੱਖ ਖੁੱਲ੍ਹੀ 2 ਘੰਟੇ ਬਾਅਦ, ਅੱਖ ਖੁੱਲ੍ਹੀ 4 ਘੰਟੇ ਬਾਅਦ, ਅੱਖ ਖੁੱਲ੍ਹੀ 6 ਘੰਟੇ ਬਾਅਦ, ਜਦ ਉੱਠਿਆ ਤਾਂ ਉੱਥੇ ਕੁਛ ਵੀ ਨਹੀਂ। ਜਦ ਦੇਖਿਆ ਤਾਂ ਉੱਥੇ ਕੁਝ ਵੀ ਨਹੀਂ, ਆਪਣੇ ਸਿੰਘਾਸਨ 'ਤੇ ਬੈਠੇ। ਧੰਨ ਭਗਤ ਰਵਿਦਾਸ ਸਾਹਿਬ ਜੀ ਮਹਾਰਾਜ ਕਹਿੰਦੇ, ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਿਆ ਭਿਖਾਰੀ। ਸਮਾਂ ਹੋ ਗਿਆ ਪਿਆਰਿਓ, ਰਹਿੰਦੀ ਵਿਚਾਰ ਜਿੰਨੇ ਕੁ ਪਾਤਸ਼ਾਹ ਆਪਣੇ 'ਤੇ ਕਿਰਪਾ ਕਰਨਗੇ। ਆਪਾਂ ਦੁਖੀ ਦੀ ਗੱਲ ਕਰ ਰਹੇ ਵੀ ਸੰਸਾਰ ਦੁਖੀ ਕਿਉਂ? ਸੰਸਾਰ ਦੁਖੀ ਇਸ ਕਰਕੇ ਕਿ ਉਸ ਵਸਦੇ ਨੂੰ ਕੋਲ ਨਹੀਂ ਦੇਖ ਸਕੇ, ਜਿਸ ਨੇ ਮਿਲਾਉਣਾ ਸੀ ਉਹਦੀ ਗੱਲ ਨਹੀਂ ਸੁਣ ਸਕੇ। ਵਿਚੋਲੇ ਨੇ ਮਿਲਾਉਣਾ ਸੀਗਾ, ਗੁਰੂ ਨੇ ਮਿਲਾਉਣਾ ਸੀ, ਉਹਦੀ ਅਸੀਂ ਗੱਲ ਨਹੀਂ ਸੁਣ ਸਕੇ। ਅਤੇ ਬੜੇ ਚਿਰਾਂ ਤੋਂ ਵਿਚਾਰ ਚੱਲਦੇ ਆ ਰਹੇ ਕਿ ਸੁਣਨ ਦੇ ਨਾਲ ਜਨਮਾਂ ਜਨਮਾਂਤਾਂ ਦੀ ਮਨ ਦੀ ਮੈਲ ਉਤਰਦੀ। ਇਹ ਸਾਨੂੰ ਮੈਲ ਲੱਗੀ ਹੋਈ ਲਾਉਣ ਦੇ ਪਾਤਸ਼ਾਹ ਕੋਈ ਨਾ ਕੋਈ ਵੱਖਰੇ ਵੱਖਰੇ ਢੰਗ ਤਰੀਕੇ ਦੱਸ ਕੇ ਅਤੇ ਪਾਤਸ਼ਾਹ ਸਾਡੇ 'ਤੇ ਕਿਰਪਾ ਕਰਦੇ ਨੇ। ਇੰਨੀ ਕੁ ਵਿਚਾਰ ਪ੍ਰਵਾਨ ਕਰਨੀ ਹੋਈ, ਭੁੱਲਾਂ ਦੀ ਖਿਮਾ ਬਖਸ਼ ਕਰਨੀ। ਕੱਲ੍ਹ ਨੂੰ ਜੋ ਆਪਣੇ 'ਤੇ ਪਾਤਸ਼ਾਹ ਕਿਰਪਾ ਕਰਨਗੇ ਇਸੇ ਲੜੀ ਵਿੱਚੋਂ, ਉਹ ਜੀ ਆਪਾਂ ਕੱਲ੍ਹ ਨੂੰ ਵਿਚਾਰ ਕਰ ਦੇਵਾਂਗੇ। ਆਓ ਹੁਣ ਪਿੰਡ ਦੇ ਭਲੇ ਵਾਸਤੇ, ਪਿੰਡ ਦੀ ਸੁੱਖ ਸ਼ਾਂਤੀ ਵਾਸਤੇ ਆਪਾਂ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।